ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਜੀ ਵਿਆਖਿਆ ਕਰਨ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਤੇ ਸ਼ੁੱਧ ਬਾਣੀ ਪੜਨ ਦਾ ਬਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। संत का दुखी अद बीज ते टूटे, संत का दुखी किते काज ना पहुँचे। संत का दुखी जो मनुख संत की निंदिया करता है, संत की निंदिया करने वाला मनुख अधवाटे ही टुट जाता है। अध बीज ते टूटे मतलब कि अध विचालियों ही टुट जाता है। उसका जो भी वह विहार जिस भी काम नूं वो हथ पाउंदा है वो अध विचालियों ही टुट जाता है। संत का दुखी किते काज ना पहुँचे, उसका काम कोई भी काम सिरे नहीं चढ़ता। वो जिस भी काम विच हथ पाउंदा है उसका अध विचों ही टुट जाता है। किते काज ना पहुँचे, उसका कोई भी काम सिरे नहीं चढ़ता। संत के दुखी को ध्यान फरमाइए, संत का दुखी उजड़ पाइए। संत के दुखी को ਉਹ ਸੰਤ ਦੇ ਕਸੂਰਵਾਰ ਨੂੰ ਉਦਿਆਨ ਫਰਮਾਈਏ, ਉਦਿਆਨ ਉਜਾੜਾਂ ਵਿੱਚ ਫਰਮਾਈਏ ਭਟਕਣਾ ਪੈਂਦਾ ਹੈ। ਸੰਤ ਦੇ ਕਸੂਰਵਾਰ ਨੂੰ ਉਜਾੜਾਂ ਵਿੱਚ ਭਟਕਣਾ ਪੈਂਦਾ ਹੈ। ਸੰਤ ਕਾ ਦੁਖੀ ਉਜੜ ਪਾਈਏ, ਉਹ ਕੁਰਾਹੇ ਹੀ ਪਿਆ ਰਹਿੰਦਾ ਹੈ। ਉਸਨੂੰ ਉਜਾੜਾਂ ਵਿੱਚ ਹੀ ਭਟਕਣਾ ਪੈਂਦਾ ਹੈ ਤੇ ਉਹ ਕੁਰਾਹੇ ਵਿੱਚ ਹੀ ਪਿਆ ਰਹਿੰਦਾ ਹੈ, ਉਹ ਮਾੜੇ ਕੰਮਾਂ ਵਿੱਚ ਹੀ ਪਿਆ ਰਹਿੰਦਾ ਹੈ। संत का दुखी अंतर ते थोथा, जो सास बिना मृतक की लोथा। जो सास बिना जिमें साह दे बिना मृतक की लोथा कि एक मुर्दा एक लोथ हुंदी है, एक शरीर मुर्दे वांग है, उसकी लोथ है, सिर्फ मांस का एक टुकड़ा है, उसके साह तो बगैर तो वह जींदा इंसान नहीं है। उसी तरह संत का दुखी अंतर ते थोथा ते उसी तरह ही संत का माड़ा सोचण वाला अंदर तो खाली हुंदा है। अंतर ते थोथा अंदर तो खाली हुंदा है। संत के दुखी की जड़ किछु नाहे, आपन बीज आपे ही खाए। संत के दुखी की जड़ उसकी जड़ ਅਸੀਂ ਜੋ ਨੇਕ ਕਮਾਈ ਕਰਦੇ ਹਾਂ ਤਾਂ ਸਾਡੀ ਨੀਂਹ ਪੱਕੀ ਹੁੰਦੀ ਹੈ, ਸਾਡੀ ਜੜ ਵੱਜਦੀ ਹੈ, ਪਰ ਉਸ ਦੀ ਕੋਈ ਜੜ ਨਹੀਂ ਹੈ। ਸੰਤ ਦੇ ਦੋਸ਼ੀ ਦੀ ਨੇਕ ਕਮਾਈ ਵਾਲੀ ਕੋਈ ਪੱਕੀ ਨੀਂਹ ਨਹੀਂ ਹੁੰਦੀ। ਜੜ ਕਿਛੁ ਨਾਹੀ, ਉਸਦੀ ਜੜ ਤਾਂ ਲੱਗਦੀ ਨਹੀਂ। ਨੇਕ ਕਮਾਈ ਦੀ ਇੱਕ ਨੀਂਹ ਹੈ, ਨੀਂਹ ਦੇ ਲਈ ਕੋਈ ਵੀ ਪੌਦਾ ਤੁਰਦਾ ਹੈ ਤਾਂ ਉਸਦੀ ਜੜ ਪਹਿਲਾਂ ਮਿੱਟੀ ਦੇ ਵਿੱਚ ਪਕੜ ਕਰਦੀ ਹੈ, ਫਿਰ ਉਹ ਪੌਦਾ ਆਪਣਾ ਵੱਡਾ ਹੁੰਦਾ ਹੈ, ਆਪਣਾ ਸੂਰਜ, ਪਾਣੀ ਤੇ ਹਵਾ ਦੇ ਨਾਲ ਆਪਣਾ ਭੋਜਨ ਬਣਾਉਂਦਾ ਹੈ ਤੇ ਉਹ ਵੱਡਾ ਹੁੰਦਾ ਹੈ। ਉਸੇ ਤਰ੍ਹਾਂ ਸਭ ਤੋਂ ਪਹਿਲਾਂ ਉਸਦੇ ਲਈ ਜ਼ਰੂਰੀ ਹੈ ਉਸਦੀ ਜੜ ਦੀ ਪਕੜ ਹੋਣਾ। ਪਰ ਸੰਤ ਦੇ ਦੁਖੀ ਦੀ, ਸੰਤ ਦੇ ਨਿੰਦਿਆ ਕਰਨ ਵਾਲੇ ਦੀ ਕੋਈ ਇਹ ਨੇਕ ਕਮਾਈ ਵਾਲੀ ਕੋਈ ਪੱਕੀ ਨੀਂਹ ਨਹੀਂ ਹੁੰਦੀ। ਆਪਨ ਬੀਜ ਆਪੇ ਹੀ ਖਾਏ, ਉਹ ਜੋ ਪਾਪ ਕਰਮ ਕਰਦਾ ਹੈ, ਜਿੰਨੇ ਵੀ ਪਾਪੀ ਕੰਮ ਕਰਦਾ ਹੈ, ਆਪਨ ਬੀਜ ਜੋ ਬੀਜਦਾ ਹੈ ਉਹ ਉਸਨੂੰ ਉਹੀ ਖਾਣਾ ਪੈਂਦਾ ਹੈ। ਉਸਦਾ ਫਲ ਦੁੱਖ, ਉਸਦਾ ਫਲ ਕੀ ਹੈ? ਦੁੱਖ, ਉਹ ਆਪ ਹੀ ਭੋਗਦਾ ਹੈ। ਸੰਤ ਕੇ ਦੁਖੀ ਕੋ ਅਵਰ ਨਾ ਰਾਖਨ ਹਾਰ, ਨਾਨਕ ਸੰਤ ਪਾਵੇ ਤਾਂ ਲਏ ਉਬਾਰ। ਸੰਤ ਦੇ ਦੋਸ਼ੀ ਨੂੰ ਕੋਈ ਬਚਾ ਨਹੀਂ ਸਕਦਾ। ਅਵਰ ਨਾ ਰਾਖਨ ਹਾਰ, ਕੋਈ ਉਸਨੂੰ ਬਚਾ ਨਹੀਂ ਸਕਦਾ। ਪਰ ਬਚਾ ਕੌਣ ਸਕਦਾ ਹੈ? ਨਾਨਕ ਸੰਤ ਪਾਵੇ। ਪਰ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਅਗਰ ਸੰਤ ਚਾਹੇ ਉਸਨੂੰ ਉਹ ਭਾ ਜਾਏ, ਸੰਤ ਦੀ ਅਗਰ ਇੱਛਾ ਹੋਵੇ ਤਾਂ ਲਏ ਉਬਾਰ, ਤਾਂ ਉਹ ਉਸਨੂੰ ਵੀ ਬਚਾ ਲੈਂਦਾ, ਉਹ ਪਾਪੀ ਮਨੁੱਖ ਨੂੰ ਵੀ ਬਚਾ ਲੈਂਦਾ। ਪਰ ਸ਼ਰਤ ਕੀ ਹੈ? ਉਹ ਸੰਤ ਨੂੰ ਦੀ ਇੱਛਾ ਹੋਵੇ, ਉਸਦੇ ਮਨ ਵਿੱਚ ਉਸਦੇ ਲਈ ਇੱਕ ਭਾਵਨਾ ਹੋਵੇ ਕਿ ਹਾਂ ਇਸ ਪਾਪੀ ਮਨੁੱਖ ਨੂੰ ਵੀ ਸੁਧਾਰਨਾ ਹੈ, ਤਾਂ ਉਹ ਪਾਪੀ ਮਨੁੱਖ ਵੀ ਪਾਰ ਉਤਰ ਜਾਂਦਾ ਹੈ। ਇਸ ਅਸ਼ਟਪਦੀ ਦੀਆਂ ਇਹਨਾਂ ਸਤਰਾਂ ਨੂੰ ਵਿਆਖਿਆ ਕਰਦੀ ਇੱਕ ਸਾਖੀ ਹੈ ਕਿ ਸੰਤ ਕੇ ਦੁਖੀ ਕੋ ਅਵਰ ਨਾ ਰਾਖਨ ਹਾਰ, ਕਿ ਸੰਤ ਦੇ ਨਿੰਦਕ ਨੂੰ ਕੋਈ ਵੀ ਰੱਖਣ ਵਾਲਾ ਨਹੀਂ ਹੈ। ਕੌਣ ਰੱਖਣ ਵਾਲਾ ਹੈ? ਨਾਨਕ ਸੰਤ ਭਾਵੇ ਤਾਂ ਲਏ ਉਬਾਰ, ਜੇਕਰ ਸੰਤ ਚਾਹੁਣ ਤਾਂ ਉਸ ਨਿੰਦਕ ਨੂੰ ਬਚਾ ਲੈਂਦੇ ਹਨ। ਇਸ ਦੀ ਸਾਖੀ ਹੈ ਸੰਤਾਂ ਦੀ ਕਿਰਪਾ ਦੇ ਨਾਲ ਨਿੰਦਕਾਂ ਦਾ ਵੀ ਉਧਾਰ ਹੁੰਦਾ ਹੈ। ਕਿ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਮਹਾਤਮਾ ਆਪਣੀ ਸੰਤ ਮੰਡਲੀ ਲੈ ਕੇ ਇੱਕ ਨਦੀ ਦੇ ਕਿਨਾਰੇ ਪਹੁੰਚੇ, ਜੋ ਕਿ ਇੱਕ ਚੋਰਾਂ ਦਾ ਪਿੰਡ ਸੀ। ਉਸਦੇ ਪਾਸ ਹੀ ਇੱਕ ਚੋਰਾਂ ਦਾ ਪਿੰਡ ਸੀ। ਤਾਂ ਉਹਨਾਂ ਨੇ ਸੋਚਿਆ ਕਿ ਉਹਨਾਂ ਦਾ ਇੱਕ ਨਿਯਮ ਸੀ ਕਿ 4 ਮਹੀਨੇ ਬਰਸਾਤ ਦੇ ਉਹ ਜਿੱਥੇ ਵੀ ਬਰਸਾਤ ਸ਼ੁਰੂ ਹੁੰਦੀ ਸੀ 4 ਮਹੀਨੇ ਉੱਥੇ ਠਹਿਰਦੇ ਸੀ ਤੇ ਫਿਰ ਉਹ ਅੱਗੇ ਵੱਧਦੇ ਸੀ।
ਤੇ ਜਿਸ ਵੇਲੇ ਪਾਸ ਦੇ ਰਹਿਣ ਵਾਲੇ ਪਿੰਡਾਂ ਦੇ ਚੋਰਾਂ ਨੇ ਸੁਣਿਆ ਕਿ ਸਾਡੇ ਨਦੀ ਦੇ ਕਿਨਾਰੇ ਸੰਤ ਮੰਡਲੀ ਆਈ, ਤਾਂ ਉਹਨਾਂ ਨੇ ਰਲ ਕੇ ਫੈਸਲਾ ਕੀਤਾ ਕਿ ਕਿਸੇ ਨੇ ਵੀ ਉਹਨਾਂ ਦੇ ਕੋਲ ਨਹੀਂ ਜਾਣਾ, ਨਹੀਂ ਤਾਂ ਜੁਰਮਾਨਾ ਹੋਏਗਾ। ਕਿਉਂ ਨਹੀਂ ਜਾਣਾ? ਕਿਉਂਕਿ ਸੰਤਾਂ ਦੇ ਕੋਲ ਕੋਈ ਜਾਏਗਾ ਤਾਂ ਉਹ ਸੰਤ ਉਸ ਨੂੰ ਚੰਗੇ ਕੰਮਾਂ ਦੀ ਸਲਾਹ ਦੇਣਗੇ, ਉਸ ਨੂੰ ਚੋਰੀ ਕਰਨ ਤੋਂ ਰੋਕਣਗੇ। ਇਸ ਕਰਕੇ ਉਹਨਾਂ ਵੱਲ ਬਿਲਕੁਲ ਨਹੀਂ ਜਾਣਾ, ਤੇ ਉਸ ਪਿੰਡ ਦੇ ਲੋਕ ਉੱਥੇ ਨਹੀਂ ਗਏ। ਹੋਰ ਆਸ-ਪਾਸ ਦੇ ਪਿੰਡ ਉੱਥੇ ਆਉਂਦੇ ਸਨ, ਸੇਵਾ ਕਰਦੇ ਸਨ। ਖੀਰ ਪੂੜੇ, ਕੜਾਹ ਆਦਿ ਭੰਡਾਰੇ ਉੱਥੇ 4 ਮਹੀਨੇ ਉੱਥੇ ਖੂਬ ਚੱਲਦੇ ਰਹੇ। ਪਰ ਜਦੋਂ ਉਹਨਾਂ ਦੇ ਜਾਣ ਦਾ ਸਮੇਂ ਆਇਆ, 4 ਮਹੀਨੇ ਬੀਤ ਗਏ, ਉਹ ਮੀਂਹ ਦਾ ਸਮੇਂ ਖਤਮ ਹੋ ਗਿਆ, ਤਾਂ ਉਹਨਾਂ ਮਹਾਤਮਾ ਨੇ ਸੋਚਿਆ ਕਿ ਹੁਣ ਜਾਣਾ ਚਾਹੀਦਾ ਹੈ। ਤਾਂ ਡਾਕੂਆਂ ਨੂੰ ਪਤਾ ਲੱਗਾ ਕਿ ਸੰਤਾਂ ਨੇ ਤਾਂ ਹੁਣ ਚਲੇ ਹੀ ਜਾਣਾ ਹੈ। ਤਾਂ ਉਹਨਾਂ ਨੇ ਵਿਚਾਰਿਆ ਕਿ ਆਸ-ਪਾਸ ਦੇ ਲੋਕ ਤਾਂ ਸਾਡੀ ਬਹੁਤ ਨਿੰਦਿਆ ਉਹਨਾਂ ਨੇ ਕਰਦੇ ਹਨ ਕਿ ਇਹ ਪਿੰਡ ਦੇ ਲੋਕ ਬੜੇ ਮੰਦਭਾਗੀ ਹਨ, ਉਹਨਾਂ ਨੇ ਬਿਲਕੁਲ ਸੇਵਾ ਨਹੀਂ ਕੀਤੀ। ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਇੱਕ ਆਪਣਾ ਆਦਮੀ ਭੇਜ ਦਈਏ ਅਤੇ ਉਹਨਾਂ ਸੰਤ ਮਹਾਤਮਾ ਦਾ ਸਮਾਨ ਚੁੱਕ ਕੇ ਛੱਡ ਆਏ। ਅਤੇ ਇਹ ਜੋ ਵਿਚਾਰ ਕਰਕੇ ਜੋ ਡਾਕੂਆਂ ਦਾ ਸਰਦਾਰ ਸੀ, ਉਸਨੇ ਕਿਹਾ ਕਿ ਤੂੰ ਸੰਤਾਂ ਦਾ ਡਾਕੂਆਂ ਦਾ ਇੱਕ ਸਰਦਾਰ ਸੀ, ਉਸਨੂੰ ਕਿਹਾ ਕਿ ਉਹ ਸੰਤਾਂ ਦਾ ਸਮਾਨ ਚੁੱਕ ਕੇ ਉੱਥੋਂ ਉਹਨੂੰ ਛੱਡਿਆ। ਤਾਂ ਉਹ ਡਾਕੂ ਆਇਆ, ਸੰਤ ਅੱਗੇ ਸਮਾਨ ਬੰਨ੍ਹ ਕੇ ਹਟੇ ਹੀ ਸਨ, ਉਹ ਡਾਕੂ ਨੇ ਆ ਕੇ ਸੰਤਾਂ ਦਾ ਸਮਾਨ ਚੁੱਕ ਲਿਆ। ਅਤੇ ਪਰ ਉਹਨਾਂ ਨੇ ਉਸ ਡਾਕੂ ਉਹਨਾਂ ਨੇ ਉਹਨਾਂ ਸੰਮਤੀ ਦੇ ਨਾਲ, ਸਰਬਸੰਮਤੀ ਨਾਲ ਇਹ ਕਿਹਾ ਸੀ ਕਿ ਉਹਨਾਂ ਸਮਾਨ ਹੀ ਚੁੱਕ ਕੇ ਰੱਖਣਾ ਹੈ, ਉਹਨਾਂ ਨੂੰ ਜ਼ਿਆਦਾ ਉਹਨਾਂ ਦੀ ਗੱਲਾਂ ਦਾ ਜਵਾਬ ਵਗੈਰਾ ਨਹੀਂ ਦੇਣਾ। ਤਾਂ ਉਸਨੇ ਬਦੋ ਬਦੀ ਜਾ ਕੇ ਸਮਾਨ ਚੁੱਕ ਲਿਆ। ਅਤੇ ਸੰਤਾਂ ਨੇ ਰਸਤੇ ਦੇ ਵਿੱਚ ਚੱਲਦੇ ਚੱਲਦਿਆਂ ਸੋਚਿਆ ਕਿ ਇਹ ਸਾਡੇ ਨਾਲ ਬੋਲਦਾ ਨਹੀਂ ਹੈ, ਚੁੱਪ ਕਰਕੇ ਜਾ ਰਿਹਾ, ਅਤੇ ਇੰਨੇ ਮਹੀਨੇ ਰਹਿ ਕੇ ਵੀ ਆਏ ਆ, ਇਹਨਾਂ ਪਿੰਡਾਂ ਵਿੱਚੋਂ ਕੋਈ ਆਇਆ ਵੀ ਨਹੀਂ, ਇਹ ਚੋਰਾਂ ਦਾ ਪਿੰਡ ਸੀ, ਇਹਨਾਂ ਦੇ ਵਿੱਚੋਂ ਕੋਈ ਸੇਵਾ ਕਰਨ ਵੀ ਨਹੀਂ ਆਇਆ। ਤਾਂ ਪਰ ਅਖੀਰਲੇ ਦਿਨ ਆ ਕੇ ਸੇਵਾ ਕਰ ਰਿਹਾ। ਤਾਂ ਉਹ ਸੰਤ ਨੇ ਸੋਚਿਆ ਕਿ ਇਹ ਸੁਧਾਰ ਦੇਈਏ ਤਾਂ ਚੰਗਾ ਹੈ, ਕਿਉਂਕਿ ਇੱਕ ਦਿਨ ਅਖੀਰਲੇ ਦਿਨ ਤਾਂ ਸੇਵਾ ਕਰ ਹੀ ਰਿਹਾ, ਕਿ ਉਸਦੀ ਤੁੱਛ ਸੇਵਾ ਵੀ ਉਹਨਾਂ ਨੂੰ ਚੰਗੀ ਲੱਗੀ। ਤਾਂ ਕਿਉਂਕਿ ਸੰਤਾਂ ਦਾ ਮਿਲਾਪ ਤਾਂ ਕਦੇ ਖਾਲੀ ਨਹੀਂ ਜਾਂਦਾ। ਅਤੇ ਸੰਤਾਂ ਨੇ ਪੁੱਛਿਆ ਤੂੰ ਕੀ ਕੰਮ ਕਰਦਾ? ਹੁਣ ਚੁੱਪ ਰਿਹਾ। ਦੂਜੀ ਵਾਰੀ ਫਿਰ ਪੁੱਛਿਆ, ਫਿਰ ਵੀ ਚੁੱਪ ਰਿਹਾ। ਸੰਤਾਂ ਨੇ ਫਿਰ ਤੀਜੀ ਵਾਰੀ ਪੁੱਛਿਆ, ਅਤੇ ਫਿਰ ਉਸਨੇ ਹਾਰ ਕੇ ਬੋਲਿਆ ਕਿ ਮੈਂ ਚੋਰ ਹਾਂ। ਤਾਂ ਸੰਤਾਂ ਨੇ ਪੁੱਛਿਆ ਤੂੰ ਨਿਰਾ ਚੋਰ ਆ ਕਿ ਯਾਰ ਵੀ ਆ? ਤਾਂ ਉਸਨੇ ਕਿਹਾ ਹਾਂ ਯਾਰ ਵੀ ਆ, ਕਿਸੇ ਦੀ ਇਸਤਰੀ ਨੂੰ ਛੱਡਦਾ ਨਹੀਂ ਮੈਂ, ਅਤੇ ਮਤਲਬ ਮਾੜੇ ਕੰਮ ਕਰਦਾ। ਸੰਤਾਂ ਨੇ ਪੁੱਛਿਆ ਸ਼ਰਾਬ ਵੀ ਪੀਂਦਾ? ਤਾਂ ਹਾਂ ਕਹਿੰਦਾ ਹਾਂ ਮੈਂ ਪੀਂਦਾ, ਪੂਰੇ 365 ਦਿਨਾਂ 'ਚੋਂ ਇੱਕ ਦਿਨ ਵੀ ਨਹੀਂ ਛੱਡੀ। ਸੰਤਾਂ ਨੇ ਪੁੱਛਿਆ ਤੂੰ ਮਾਸ ਵੀ ਖਾਂਦਾ ਹੈ? ਤਾਂ ਹਾਂ ਉਸਨੇ ਕਿਹਾ ਮੈਂ ਸਾਰੇ ਜੀਵਾਂ ਦਾ ਮਾਸ ਖਾਂਦਾ। ਇਹ ਗੱਲ ਸੁਣ ਕੇ ਸੰਤਾਂ ਨੇ ਵਿਚਾਰਿਆ ਕਿ ਇਹ ਤਾਂ ਬਹੁਤ ਪਾਪੀ ਹੈ, ਅਤੇ ਪਾਪੀਆਂ ਦੇ ਨਿੰਦਕਾਂ ਨੂੰ ਸੁਧਾਰਨਾ ਤਾਂ ਸੰਤਾਂ ਮਹਾਤਮਾ ਦਾ ਕੰਮ ਹੈ। ਤਾਂ ਉਹਨਾਂ ਨੇ ਸੋਚਿਆ ਕਿ ਕਿਸੇ ਤਰੀਕੇ ਦੇ ਨਾਲ ਇਸ ਨੂੰ ਸੁਧਾਰਨਾ ਚਾਹੀਦਾ ਹੈ। ਅਤੇ ਸੰਤਾਂ ਨੇ ਕਿਹਾ ਜੇਕਰ ਤੂੰ ਸਾਡੀ ਗੱਲ ਮੰਨੇਗਾ ਇੱਕ ਗੱਲ ਤਾਂ ਸਾਡਾ ਸਮਾਨ ਚੁੱਕ, ਨਹੀਂ ਤਾਂ ਇੱਥੇ ਹੀ ਰੱਖ ਦੇ। ਡਾਕੂ ਨੇ ਕਿਹਾ ਕਿ ਅਗਰ ਚੋਰੀ ਤੋਂ ਨਹੀਂ ਛੁਡਾਓ, ਅਗਰ ਤੁਸੀਂ ਚੋਰੀ ਤੋਂ ਨਹੀਂ ਰੋਕੋਗੇ ਕਿ ਮੈਂ ਚੋਰੀ ਨਾ ਕਰਾਂ, ਤਾਂ ਉਹ ਤਾਂ ਮੈਂ ਨਹੀਂ ਛੱਡ ਸਕਾਂਗੀ, ਚੋਰੀ ਤਾਂ ਮੈਂ ਕਰਨੀ ਹੈ। ਸੰਤਾਂ ਨੇ ਕਿਹਾ ਨਹੀਂ ਚੋਰੀ ਅਸੀਂ ਤੇਰੀ ਚੋਰੀ ਨਹੀਂ ਛੁਡਾਵਾਂਗੇ, ਥੋੜ੍ਹੀ ਛੁਡਾਵਾਂਗੇ। ਜੇ ਤੂੰ ਸਾਡੀਆਂ 4 ਗੱਲਾਂ ਮੰਨ ਲਏਗਾ ਤਾਂ ਤੂੰ ਸਾਰੀ ਉਮਰ ਸੁਖੀ ਹੋ ਜਾਏਗਾ। ਤਾਂ ਉਸਨੇ ਕਿਹਾ ਠੀਕ ਹੈ ਮੈਂ ਮੰਨ ਲਵਾਂਗਾ। ਤਾਂ ਸੰਤਾਂ ਨੇ ਕਿਹਾ ਚਲੋ ਬੇਸ਼ੱਕ ਤੂੰ ਚੋਰੀ ਕਰ, ਪਰ ਗਰੀਬ ਆਦਮੀ ਦੇ ਘਰ ਚੋਰੀ ਨਹੀਂ ਕਰਨੀ। ਇੱਕ ਤਾਂ ਗਰੀਬ ਆਦਮੀ ਦੇ ਘਰ ਚੋਰੀ ਨਹੀਂ ਕਰਨੀ, ਇੱਕ ਜਿਸ ਦਾ ਲੂਣ ਖਾਵੇ ਉਸ ਦੀ ਚੋਰੀ ਨਹੀਂ ਕਰਨੀ। ਚੋਰ ਨੇ ਕਿਹਾ ਠੀਕ ਹੈ, ਇਹ ਪਹਿਲੀ ਗੱਲ ਹੋ ਗਈ। ਉਸਦਾ ਸੁਭਾਅ ਪਹਿਲਾਂ ਹੀ ਥੋੜ੍ਹਾ ਬਹੁਤ ਰਲਦਾ ਹੀ ਸੀ, ਤਾਂ ਉਹਨੇ ਕਿਹਾ ਚਲੋ ਠੀਕ ਹੈ, ਗਰੀਬ ਦੇ ਘਰ ਮੈਂ ਚੋਰੀ ਨਹੀਂ ਕਰੂੰਗਾ, ਅਤੇ ਜਿਸ ਦਾ ਮੈਂ ਲੂਣ ਖਾਊਂਗਾ ਉਸ ਦੇ ਘਰ ਵੀ ਚੋਰੀ ਨਹੀਂ ਕਰੂੰਗਾ। ਸੰਤਾਂ ਨੇ ਕਿਹਾ ਚੱਲ ਠੀਕ ਹੈ, ਯਾਰੀ ਬੇਸ਼ੱਕ ਕਰ, ਜਿਸ ਮਰਜ਼ੀ ਇਸਤਰੀ ਨਾਲ ਤੂੰ ਯਾਰੀ ਰੱਖ, ਪਰ 5 ਮਾਵਾਂ ਦੇ ਪਾਸ ਨਹੀਂ ਜਾਣਾ। ਉਹ 5 ਕੌਣ ਹੈ ਕਿ ਰਾਜਾ ਦੀ ਇਸਤਰੀ, ਇੱਕ ਰਾਜਾ ਦੀ ਇਸਤਰੀ ਹੋ ਗਈ, ਇੱਕ ਗੁਰੂ ਦੀ ਇਸਤਰੀ, ਨੰਬਰ 2 ਤੇ ਹੋ ਗਈ ਗੁਰੂ ਦੀ ਇਸਤਰੀ, ਨੰਬਰ 3 ਤੇ ਆਪਣੇ ਦੋਸਤ ਮਿੱਤਰ ਦੀ ਇਸਤਰੀ, ਅਤੇ ਚੌਥੀ ਹੋ ਗਈ ਆਪਣੀ ਇਸਤਰੀ ਦੀ ਮਾਤਾ ਜਾਣੀ ਕਿ ਆਪਣੀ ਸੱਸ, ਅਤੇ 5ਵੀਂ ਹੋ ਗਈ ਜਿਹਨੇ ਤੈਨੂੰ ਜੰਮਿਆ ਮਾਂ। ਇਹ 5 ਤੇਰੀਆਂ ਮਾਵਾਂ ਲੱਗਦੀਆਂ, ਕਿ ਰਾਜਾ ਦੀ ਇਸਤਰੀ, ਗੁਰੂ ਦੀ ਇਸਤਰੀ, ਮਿੱਤਰ ਦੀ ਇਸਤਰੀ,
ਤੇ ਆਪਣੀ ਸੱਸ ਤੇ ਆਪਣੀ ਮਾਂ, ਇਹ ਇਹਨਾਂ ਨੂੰ ਤੂੰ ਪੰਜਾਂ ਨੂੰ ਮਾਵਾਂ ਸਮਝਣਾ, ਇਹਨਾਂ ਨੂੰ ਤੂੰ ਮਾੜੀ ਨਿਗਾਹ ਨਾਲ ਨਹੀਂ ਦੇਖਣਾ। ਤੇ ਉਸਨੇ ਇਹਨਾਂ ਪੰਜਾਂ ਵੱਲ ਬੁਰੀ ਦ੍ਰਿਸ਼ਟੀ ਨਹੀਂ ਕਰਨੀ, ਕੋਈ 1000 ਵਾਰੀ ਵਿਕੇ ਪਰ ਤੂੰ ਨਹੀਂ ਕਰਨੀ, ਬੁਰੀ ਦ੍ਰਿਸ਼ਟੀ ਨਹੀਂ ਪਾਣੀ। ਤੇ ਉਸਨੇ ਕਿਹਾ ਠੀਕ ਹੈ, ਮੈਂ ਇਹ ਵੀ ਮੰਨ ਲਾਂਗਾ। ਤੀਜੀ ਗੱਲ ਸੰਤਾਂ ਨੇ ਕਿਹਾ ਸ਼ਰਾਬ ਤੂੰ ਬੇਸ਼ੱਕ ਪੀਵੀਂ, ਪਰ ਕੁਛ ਦਿਨ ਇਕਾਦਸ਼ੀ, ਅਮਾਵਸ, ਪੂਰਨਮਾਸ਼ੀ, ਇਹ ਚੰਗੇ ਦਿਨਾਂ ਵਿੱਚ ਤੂੰ ਸ਼ਰਾਬ ਨੂੰ ਨਹੀਂ ਪੀਣਾ। ਤਾਂ ਉਹਨੇ ਮੰਨ ਲਿਆ। ਚੌਥੀ ਗੱਲ ਉਹਨੇ ਕਹੀ ਕਿ ਇੱਕ ਜੀਵ ਦਾ ਮਾਸ ਛੱਡ ਕੇ, ਇੱਕ ਜੀਵ ਦਾ ਮਾਸ ਤੂੰ ਛੱਡਣਾ, ਤੇ ਉਹ ਤੇਰੀ ਮਰਜ਼ੀ, ਤੂੰ ਜਿਹੜਾ ਮਰਜ਼ੀ ਛੱਡ ਦੇ। ਤੇ ਚੋਰ ਨੇ ਕਿਹਾ ਠੀਕ ਹੈ, ਕਾਂ ਦਾ ਮਾਸ ਮੈਂ ਛੱਡ ਦਿੰਦਾ, ਠੀਕ ਹੈ। ਤੇ ਇਹ 4 ਗੱਲਾਂ ਸੰਤਾਂ ਨੇ ਕਿਹਾ ਤੂੰ ਜੋ ਸਾਡੇ ਸਾਹਮਣੇ ਪ੍ਰਣ ਕੀਤਾ ਇਹਨੂੰ ਜ਼ਿੰਦਗੀ ਭਰ ਭੁੱਲਣਾ ਨਹੀਂ ਆ। ਤੇ ਇੰਨੀ ਸਿੱਖਿਆ ਦੇ ਕੇ ਉਹ ਸੰਤ ਤਾਂ ਆਪਣੇ ਟਿਕਾਣੇ ਤੇ ਪਹੁੰਚ ਗਏ। ਉਹ ਡਾਕੂ ਉਹਨਾਂ ਦਾ ਸਮਾਨ ਰੱਖ ਕੇ ਚਲਾ ਆਇਆ। ਹੁਣ ਉਸਨੇ ਉਹਨਾਂ ਜੋ ਚੋਰ ਸੀ ਉਸਨੇ ਵਾਅਦਾ ਕੀਤਾ ਸੀ ਕਿ ਮੈਂ 4 ਗੱਲਾਂ ਤਾਂ ਜ਼ਰੂਰ ਮੰਨਣੀਆਂ। ਤਾਂ ਸਮੇਂ ਦੇ ਅਨੁਸਾਰ ਉਹ ਚੋਰ ਜਦ ਵੀ ਚੋਰੀ ਕਰਨ ਗਿਆ ਤੇ ਇੱਕ ਵਾਰੀ ਉਹ ਰਾਜ ਮਹਿਲਾਂ ਵਿੱਚ ਵੜ ਗਿਆ। ਤੇ ਅੱਗੇ ਰਾਜੇ ਦੀ ਰਾਣੀ 'ਚ ਉਹ ਆਪਣੇ ਪਤੀ ਨਾਲ ਗੁੱਸੇ ਸੀ, ਕਿਉਂਕਿ ਰਾਣੀ ਦਾ ਵਿਆਹ ਹੋਇਆ ਸੀ ਰਾਜੇ ਨਾਲ। ਰਾਜਾ ਸੀ ਬੁੱਢਾ, ਉਹ ਜ਼ਿਆਦੀ ਉਮਰ ਦਾ ਸੀ, ਰਾਣੀ ਸੀ ਜਵਾਨ। ਤਾਂ ਉਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਰਹਿੰਦੀ ਸੀ। ਤੇ ਇਸ ਕਰਕੇ ਉਹ ਲੜਾਈ ਕਰਕੇ ਰਾਣੀ ਆਪਣੇ ਕਮਰੇ ਵਿੱਚ ਖਿਜੀ ਹੋਈ ਦੂਸਰੇ ਕਮਰੇ ਵਿੱਚ ਗਈ ਹੋਈ ਸੀ। ਤਾਂ ਉਹ ਚੋਰ ਵੀ ਆ ਗਿਆ ਉਸ ਟਾਈਮ। ਤੇ ਰਾਣੀ ਨੂੰ ਆਪਣੇ ਘਰ ਵਾਲੇ ਤੋਂ ਕੋਈ ਤਸੱਲੀ ਨਹੀਂ ਹੋ ਰਹੀ ਸੀ, ਉਸਦਾ ਘਰ ਵਾਲਾ ਉਸਨੂੰ ਰਾਜਾ ਖੁਸ਼ ਨਹੀਂ ਰੱਖ ਪਾ ਰਿਹਾ ਸੀ। ਤੇ ਰਾਣੀ ਨੇ ਚੋਰ ਨੂੰ ਕਿਹਾ ਕਿ ਤੂੰ ਮੈਨੂੰ ਲੈ ਜਾ, ਤੂੰ ਆਪਣੇ ਨਾਲ ਲੈ ਜਾ, ਮੈਂ ਤੈਨੂੰ ਬਹੁਤ ਨਕਦ ਰੁਪਏ ਦੇਵਾਂਗੀ, ਤੈਨੂੰ ਜਵਾਹਰਾਤ ਦੇਵਾਂਗੀ। ਪਰ ਉਹ ਚੋਰ ਨਾ ਮੰਨਿਆ, ਕਿਉਂਕਿ ਉਸਨੇ ਆਪਣੇ ਸੰਤਾਂ ਦਾ ਬਚਨ ਯਾਦ ਆ ਗਿਆ ਕਿ ਰਾਜੇ ਦੀ ਘਰਵਾਲੀ ਵੀ ਮਾਂ ਦੇ ਬਰਾਬਰ ਹੈ, ਉਸਨੂੰ ਮਾੜੀ ਨਿਗਾਹ ਨਾਲ ਨਹੀਂ ਦੇਖਣਾ। ਤਾਂ ਉਹ ਰਾਣੀ ਨੇ ਉਸਨੂੰ ਬਹੁਤ ਕਿਹਾ ਕਿ ਮੈਂ ਤੇਰੀ ਨਾਲ ਰਹੂੰਗੀ, ਤੈਨੂੰ ਮਾਲਾ ਮਾਲ ਕਰ ਦਾਂਗੀ, ਤੂੰ ਮੈਨੂੰ ਲੈ ਜਾ, ਇੱਥੋਂ ਕੱਢ ਕੇ ਲੈ ਜਾ। ਪਰ ਉਹ ਨਹੀਂ ਮੰਨਿਆ। ਰਾਜਾ ਲੁਕ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ, ਪਰ ਉਹ ਕੁਝ ਕਿਹਾ ਨਹੀਂ। ਫਿਰ ਚੋਰ ਨੇ ਸਾਰੇ ਅਲਮਾਰੀ ਵਿੱਚੋਂ ਹੀਰੇ, ਮੋਤੀ, ਜਵਾਹਰਾਤ ਸਾਰੇ ਚੁੱਕੀ, ਇੱਕ ਗੰਢ ਬੰਨ੍ਹ ਲਈ। ਤੇ ਉਸਨੂੰ ਬੜੀ ਭੁੱਖ ਵੀ ਲੱਗੀ ਹੋਈ ਸੀ, ਬਹੁਤ ਚੀਜ਼ਾਂ ਦੇਖੀਆਂ ਉਹਨੇ, ਖਾ ਲਈਆਂ ਮਿੱਠੀਆਂ ਚੀਜ਼ਾਂ, ਪਰ ਉਸਦੀ ਲੂਣ ਵਾਲੀ ਚੀਜ਼ ਵੀ ਖਾਧੀ ਗਈ। ਹੁਣ ਉਸਨੂੰ ਸੰਤਾਂ ਦਾ ਫਿਰ ਉਹ ਵੀ ਬਚਨ ਯਾਦ ਆ ਗਿਆ ਕਿ ਜਿੱਥੇ ਲੂਣ ਖਾਣਾ ਉੱਥੇ ਚੋਰੀ ਨਹੀਂ ਕਰਨੀ। ਤੇ ਫਿਰ ਉਸਨੂੰ ਆਪਣਾ ਵਾਅਦੇ ਅਨੁਸਾਰ ਉਹਨੇ ਵਾਅਦਾ ਕੀਤਾ ਸੀ ਕਿ ਉਹ ਸੰਤਾਂ ਦੀ ਗੱਲਾਂ ਮੰਨੂਗਾ। ਤੇ ਇਸ ਕਰਕੇ ਚੋਰੀ ਦਾ ਸਾਰਾ ਸਮਾਨ ਉਹ ਛੱਡ ਗਿਆ ਤੇ ਬਾਹਰ ਨਿਕਲ ਗਿਆ। ਤੇ ਰਾਜੇ ਨੇ ਦੇਖਿਆ ਕਿ ਮੇਰਾ ਕੋਈ ਨੁਕਸਾਨ ਨਹੀਂ ਹੋਇਆ, ਨਾ ਹੀ ਉਹ ਰਾਣੀ ਨੂੰ ਲੈ ਕੇ ਗਿਆ, ਨਾ ਹੀ ਉਹ ਸਾਰਾ ਸੋਨੇ ਜਵਾਹਰਾਤ ਵਗੈਰਾ ਲੈ ਕੇ ਗਿਆ। ਤਾਂ ਚੋਰ ਦੇ ਧਰਮ ਨੂੰ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ। ਉਹਨੇ ਢੰਡੋਰਾ ਫਿਰਾ ਦਿੱਤਾ ਕਿ ਜਿਸ ਚੋਰ ਨੇ ਰਾਤ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਲੈ ਕੇ ਆਓ, ਮੈਂ ਇਨਾਮ ਦੇਣਾ। ਉਹ ਚੋਰ ਰਾਜੇ ਕੋਲ ਚਲਾ ਗਿਆ ਤੇ ਉਹ ਚੋਰ ਨੇ ਦੱਸਿਆ ਕਿ ਸੰਤਾਂ ਦਾ ਬਚਨ ਸੀ ਕਿ ਜਿਸ ਦਾ ਲੂਣ ਖਾਵੇ ਉਸ ਦਾ ਚੋਰੀ ਨਹੀਂ ਕਰਨੀ, ਤੇ ਜਿਸ ਰਾਜੇ ਦੀ ਪਤਨੀ ਨੂੰ ਮਾਂ ਬਰਾਬਰ ਸਮਝਣਾ। ਤਾਂ ਉਸਨੇ ਫਿਰ ਉਹ ਬੜਾ ਈਮਾਨ ਦਾ ਪੱਕਾ ਦੇਖ ਕੇ ਤੇ ਉਸਨੇ ਰਾਜੇ ਨੇ ਬਹੁਤ ਖੁਸ਼ ਹੋਇਆ। ਉਸਨੇ ਕਿਹਾ ਕਿ ਇਹੋ ਜਿਹਾ ਮਨੁੱਖ ਮਿਲਣਾ ਤਾਂ ਬਹੁਤ ਮੁਸ਼ਕਿਲ ਹੈ। ਤੇ ਉਸਨੇ ਉਸਨੂੰ ਚੋਰ ਨੂੰ ਆਪਣਾ ਧਰਮ ਪੁੱਤਰ ਬਣਾ ਦਿੱਤਾ ਤੇ ਰਾਜਗੱਦੀ ਤੇ ਬਿਠਾ ਦਿੱਤਾ ਤੇ ਉਸਨੂੰ ਆਪਣਾ ਪੁੱਤਰ ਬਣਾ ਦਿੱਤਾ। ਤੇ ਫਿਰ ਸਾਰੇ ਉਹ ਬਹੁਤ ਖੁਸ਼ੀ ਰਹਿਣ ਲੱਗ ਗਏ। ਉਹ ਉਸਨੂੰ ਮਾਂ ਬਾਪ ਦੀ ਤਰ੍ਹਾਂ ਸਮਝਣ ਲੱਗ ਗਿਆ ਤੇ ਉਸਦੀ ਸੇਵਾ ਕਰਨ ਲੱਗ ਗਿਆ। ਤੇ ਇਸ ਤਰ੍ਹਾਂ ਉਹ ਚੋਰ ਤੋਂ ਇੱਕ ਰਾਜੇ ਦੀ ਪਦਵੀ ਤੱਕ ਪਹੁੰਚ ਗਿਆ। ਤੇ ਫਿਰ ਉਸਨੇ ਆਪਣੇ ਬਾਕੀ ਚੋਰਾਂ ਨੂੰ ਵੀ ਆਪਣੇ ਪਾਸ ਬੁਲਾ ਕੇ ਉਹਨਾਂ ਨੂੰ ਨੌਕਰ ਰੱਖ ਲਿਆ ਤੇ ਆਪਣੇ ਸਾਰੇ ਪਿੰਡ ਦਾ ਜੀਵਨ ਸੁਧਾਰ ਦਿੱਤਾ। ਤੇ ਸੰਤਾਂ ਦੀ ਮੰਡਲੀ ਵੀ ਬੁਲਾਉਂਦਾ ਸੀ, ਸਤਸੰਗ ਵੀ ਕਰਾਉਂਦਾ ਸੀ। ਇੱਕ ਵਾਰੀ ਉਹ ਬਿਮਾਰ ਹੋ ਗਿਆ, ਉਹ ਚੋਰ ਬਿਮਾਰ ਹੋ ਗਿਆ। ਹੁਣ ਤਾਂ ਉਹ ਰਾਜੇ ਦਾ ਪੁੱਤਰ ਸੀ, ਪਰ ਹਕੀਮਾਂ ਨੇ ਉਸਨੂੰ ਕਿਹਾ ਕਿ ਕਾਂ ਦਾ ਮਾਸ ਖਾਣਾ ਜ਼ਰੂਰੀ ਹੈ। ਤੇ ਪਰ ਸੰਤਾਂ ਨੇ ਉਹਨੂੰ ਬਚਨ ਲਏ ਸੀ ਕਿ ਇੱਕ ਚੀਜ਼ ਦਾ ਮਾਸ ਨਹੀਂ ਖਾਣਾ। ਤੇ ਉਸਨੇ ਕਿਹਾ ਸੀ ਕਿ ਮੈਂ ਕਾਂ ਦਾ ਮਾਸ ਕਦੀ ਨਹੀਂ ਖਾਊਂਗਾ। ਤਾਂ ਪਰ ਉਹ ਬਿਮਾਰ ਸੀ, ਉਹ ਖਾ ਨਹੀਂ ਪਾ ਰਿਹਾ ਸੀ। ਤੇ ਇੱਕ ਵਾਰੀ ਉਹੀ ਸੰਤ ਜਿਨ੍ਹਾਂ ਨੇ ਉਸਦੇ ਨਾਲ ਵਚਨ ਕੀਤੇ ਸੀ ਕਿ ਉਹ ਚੋਰਾਂ ਦੇ ਪਿੰਡ ਉਹਨਾਂ ਜਾ ਕੇ ਦੇਖਿਆ ਤੇ ਸਾਰੇ ਉਹ ਚੋਰਾਂ ਦਾ ਪਿੰਡ ਹੀ ਬਦਲ ਗਿਆ, ਸਾਰੇ ਧਰਮਾਤਮਾ ਬਣੇ ਹੋਏ ਸਨ।
ਕਿਉਂਕਿ ਉਸਨੇ ਉਹ ਰਾਜਾ ਬਣ ਗਿਆ ਸੀ, ਸਾਰਿਆਂ ਨੂੰ ਆਪਣਾ ਨੌਕਰ ਰੱਖ ਲਿਆ ਸੀਗਾ। ਅਤੇ ਇਸ ਕਰਕੇ ਉਹ ਬਹੁਤ ਖੁਸ਼ ਹੋਇਆ ਮਹਾਤਮਾ ਕਿ ਉਸਨੇ ਹੌਲੀ ਇੱਕ ਜਾਣੇ ਦਾ ਉਧਾਰ ਕੀਤਾ, ਸਾਰੇ ਜਾਣਿਆਂ ਦਾ ਵੀ ਨਾਲ ਹੀ ਉਧਾਰ ਹੋ ਗਿਆ। ਅਤੇ ਫਿਰ ਉਹ ਸੰਤਾਂ ਦਾ ਮਨ 'ਚ ਆਈ ਕਿ ਉਸਨੂੰ ਮਿਲ ਕੇ ਆਉਂਦੇ ਹਾਂ। ਉਹ ਜਾ ਕੇ ਉਸਨੂੰ ਮਿਲਣ ਗਏ ਤਾਂ ਉਹ ਤਾਂ ਬਿਮਾਰ ਸੀ, ਤਾਂ ਉਸਨੇ ਦੱਸਿਆ ਕਿ ਹਕੀਮਾਂ ਨੇ ਦੱਸਿਆ ਕਿ ਇਹ ਤਾਂ ਕਾਂ ਦਾ ਮਾਂਸ ਖਾਣ ਲਈ ਤਿਆਰ ਨਹੀਂ ਹੈ, ਅਤੇ ਇਸ ਕਰਕੇ ਹੀ ਠੀਕ ਹੋਏਗਾ। ਤਾਂ ਉਹ ਚੋਰ ਜੋ ਹੈ ਉਸਨੇ ਸੰਤਾਂ ਨੂੰ ਕਿਹਾ ਕਿ ਮੈਂ ਤਾਂ ਤੁਹਾਡੇ ਨਾਲ ਬਚਨ ਕੀਤਾ ਸੀ, ਮੈਂ ਕਾਂ ਦਾ ਮਾਂਸ ਨਹੀਂ ਖਾ ਸਕਦਾ, ਤਾਂ ਤੁਹਾਡੀ ਮਿਹਰ ਹੋਏਗੀ ਤਾਂ ਮੇਰਾ ਰੋਗ ਹਟ ਜਾਏਗਾ। ਸੰਤਾਂ ਨੇ ਉਸੇ ਵੇਲੇ ਆਪਣੇ ਪਾਸੋਂ ਦਵਾਈ ਦੇ ਕੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਅਤੇ ਉਸਨੂੰ ਅਰੋਗ ਕਰ ਦਿੱਤਾ। ਅਤੇ ਇਸੇ ਤਰ੍ਹਾਂ ਇਹ ਸਾਖੀ ਸਾਰੀ ਇਹ ਬਿਰਤਾਂਤ ਜੋ ਵੀ ਹੈ, ਇਸ ਨੂੰ ਗੱਲ ਨੂੰ ਦਰਸਾਉਂਦਾ ਹੈ ਕਿ ਨਾਨਕ ਸੰਤ ਭਾਵੇ ਤਾਂ ਲਏ ਉਬਾਰ। ਹੈ ਤਾਂ ਉਹ ਚੋਰ ਸੀ, ਪਾਪੀ ਸੀ, ਕਿੰਨੇ ਪਾਪ ਕਰਦਾ ਸੀ, ਸ਼ਰਾਬ ਪੀਂਦਾ ਸੀ, ਪਰਾਈ ਇਸਤਰੀ ਵੱਲ ਉਸਦਾ ਧਿਆਨ ਹੁੰਦਾ ਸੀ, ਕਿੰਨੇ ਪਾਪ ਕਰਦਾ ਸੀ, ਠੀਕ ਹੈ। ਅਤੇ ਹੋਰ ਮਾਸ ਵਗੈਰਾ ਖਾਂਦਾ ਸੀ, ਠੀਕ ਹੈ। ਅਤੇ ਹੋਰ ਉਹ ਕੀ ਕਰਦਾ ਸੀ ਕਿ ਚੋਰੀ ਵਗੈਰਾ ਵੀ ਕਰਦਾ ਸੀ। ਅਤੇ ਉਹ ਕਿੰਨਾ ਉਸਨੇ ਕਿਹਾ, ਪਰ ਜਦੋਂ ਸੰਤਾਂ ਦੀ ਇੱਕ ਕਿਰਪਾ ਹੋਈ, ਸੰਤਾਂ ਦੀ ਇੱਕ ਕਿਰਪਾ ਦ੍ਰਿਸ਼ਟੀ ਦੇ ਨਾਲ ਉਸਦਾ ਸਾਰਾ ਜੀਵਨ ਹੀ ਸੁਧਰ ਗਿਆ। ਚੋਰ ਤੋਂ ਉਹ ਰਾਜੇ ਦੇ ਪੁੱਤਰ ਦੀ ਪਦਵੀ ਤੱਕ ਪਹੁੰਚ ਗਿਆ ਅਤੇ ਹੌਲੀ ਹੌਲੀ ਉਸਨੇ ਆਪਣੇ ਸਾਰੇ ਜਾਤੀ ਦਾ ਵੀ ਉਧਾਰ ਕਰ ਦਿੱਤਾ। ਇਸ 'ਤੇ ਗੁਰੂ ਜੀ ਨੇ ਕਿਹਾ ਹੈ ਕਿ ਕਿਰਪਾਲੂ ਸੰਤ ਕਿਰਪਾ ਕਰਨ ਤਾਂ ਸੰਤਾਂ ਦੇ ਸੰਗ ਕਰਕੇ ਚੋਰ, ਡਾਕੂ, ਪਾਪੀ, ਨਿੰਦਕ ਇਹ ਸਾਰੇ ਤਰ ਜਾਂਦੇ ਆ। ਅੱਜ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।